ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਬਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਹਾਜ਼ਰਾ ਹਜ਼ੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਸਾਜੀ ਵਾਰਤਾ ਦੇ ਪ੍ਰਤੀਕ ਗੁਰੂ ਗਰੀਬ ਨਵਾਜ, ਮਨੁੱਖਤਾ ਦੇ ਰਹਿਬਰ, ਦੀਨ ਦੁਨੀ ਦੇ ਪਾਤਸ਼ਾਹ, ਰਾਜਾਨ ਰਾਜ ਪਾਨਾਨ ਭਾਨ, ਦੀਵਾਨ ਦੇ ਹੁਕਮਾ ਮਹਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਆਪ ਸਾਰੇ ਬੜੇ ਪਿਆਰ ਨਾਲ ਰੱਬੀ ਬਾਣੀ ਦਾ ਪਾਠ ਜਿਹੜਾ ਸ਼ਰਵਣ ਕਰ ਰਹੇ ਸੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਆਓ ਗੁਰਦੇਵ ਕਿਰਪਾ ਕਰਨ। ਸਮਾਂ ਹੈ ਵਿਚਾਰਾਂ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਜੀਵਨੀ ਦੀ ਆਪਾਂ ਵਿਚਾਰ ਕੱਲ ਰੋਜ਼ ਤੋਂ ਪ੍ਰਾਰੰਭ ਕੀਤੀ ਸੀ। ਕੱਲ ਦੇ ਦੀਵਾਨਾਂ ਵਿੱਚ ਆਪਾਂ ਵਿਚਾਰਾਂ ਕੀਤੀਆਂ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਕਿਉਂ ਆਏ, ਉਹਨਾਂ ਦੇ ਆਉਣ ਦਾ ਕੀ ਮਕਸਦ, ਕੀ ਮਨੋਰਥ ਸੀ। ਤਾਂ ਕੁਝ ਕੁ ਕਾਰਨ ਆਪ ਜੀ ਨਾਲ ਸਾਂਝੇ ਕੀਤੇ ਸਨ। ਜਿਵੇਂ ਮਹਾਰਾਜ ਨੇ ਬਾਣੀ ਵਿੱਚ ਆਖਿਆ ਕਿ ਉਸ ਸਮੇਂ ਧਾਰਮਿਕ ਦਸ਼ਾ ਜਿਹੜੀ ਹੈ ਉਹ ਬਹੁਤ ਹੀ ਵਿਗੜ ਚੁੱਕੀ ਸੀ। ਜਿਹੜੇ ਧਾਰਮਿਕ ਆਗੂ ਸਨ, ਧਰਮੀ ਲੋਕ ਸਨ, ਧਾਰਮਿਕ ਸਥਾਨਾਂ ਤੇ ਕੇਂਦਰਿਤ ਸਨ, ਉਹ ਲੋਕਾਂ ਨੂੰ ਜਾਂ ਤੇ ਅੰਧ ਵਿਸ਼ਵਾਸ ਵਿੱਚ, ਵਹਿਮਾਂ ਤੇ ਭਰਮਾਂ ਭੁਲੇਖਿਆਂ ਵਿੱਚ ਪਾ ਕੇ ਗੁੰਮਰਾਹ ਕਰਕੇ ਉਹਨਾਂ ਨੂੰ ਲੁੱਟ ਰਹੇ ਸਨ, ਠੱਗੀਆਂ ਕਰ ਰਹੇ ਸਨ। ਬਾਹਰੀ ਤੌਰ ਤੇ ਭਾਵੇਂ ਧਰਮੀ ਸਨ ਪਰ ਅੰਦਰੋਂ ਧਰਮੀਆਂ ਵਾਲੇ ਗੁਣ ਨਹੀਂ ਸਨ। ਤਾਂ ਧਾਰਮਿਕ ਪੱਖ ਉਸ ਸਮੇਂ ਵਿਗੜ ਚੁੱਕਿਆ ਸੀ। ਉਹਨੂੰ ਸਵਾਰਨ ਵਾਸਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਗਤ ਵਿੱਚ ਆਏ। ਜਿਹੜਾ ਰਾਜਨੀਤਿਕ ਸਿਸਟਮ ਸੀ ਉਹ ਵੀ ਬਹੁਤ ਜ਼ਿਆਦਾ ਵਿਗੜ ਚੁੱਕਿਆ ਸੀ। ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਤਾਂ ਸਮਾਜ ਦੇ ਉੱਤੇ ਆਏ ਦਿਨ ਨਿਤ ਹੀ ਤਸ਼ੱਦਦ ਹੋ ਰਿਹਾ ਸੀ ਤੇ ਸਮਾਜ ਦੇ ਲੋਕਾਂ ਦੀ ਦਸ਼ਾ ਬਹੁਤ ਵਿਗੜ ਚੁੱਕੀ ਸੀ। ਲੋਕਾਂ ਨੇ ਮਾਲਕ ਦੇ ਚਰਨਾਂ ਵਿੱਚ ਪੁਕਾਰ ਕੀਤੀ, ਅਰਦਾਸ ਕੀਤੀ, ਬਿਨਤੀ ਕੀਤੀ। ਤਾਂ ਭਾਈ ਗੁਰਦਾਸ ਜੀ ਆਦਿ ਨੇ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇਸ ਜਗਤ ਵਿੱਚ ਸੰਸਾਰ ਵਿੱਚ ਆਏ ਤੇ ਜਦੋਂ ਸੰਸਾਰ ਵੱਲ ਵੇਖਿਆ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ। ਵਾਜੋ ਗੁਰੂ ਗੁਬਾਰ ਹੈ ਕਰਦੀ ਸੋਹਣੀ ਲੁਕਾਈ। ਬਾਬੇ ਭੇਟ ਬਣਾਇਆ ਉਹ ਦਾਸੀ ਕੀ
ਰੀਤ ਚਲਾਈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਜਗਤ ਵਿੱਚ ਸੰਸਾਰ ਦੇ ਵਿੱਚ ਆਏ। ਸਾਹਿਬਾਂ ਦਾ ਪ੍ਰਕਾਸ਼ ਜਿਹੜਾ ਹੈ ਉਹ ਰਾਏ ਭੋਏ ਦੀ ਤਲਵੰਡੀ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ 1469 ਨੂੰ ਹੋਇਆ ਸੀ। ਆਪਾਂ ਕੱਲ ਵਿਚਾਰ ਕਰ ਚੁੱਕੇ ਹਾਂ। ਆਓ ਪਾਵਨ ਇਤਿਹਾਸ ਦੀ ਵਿਚਾਰ ਆਪਾਂ ਆਰੰਭ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ। ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਪਨ ਤੋਂ ਹੀ ਸੁਭਾਅ ਜਿਹੜਾ ਬੜਾ ਹਸਮੁਖ ਸੀ। ਉਹਨਾਂ ਦੇ ਮੁਖ ਤੇ ਸਦਾ ਖੇੜਾ ਰਹਿੰਦਾ ਸੀ। ਆਖਰ ਉਸ ਮਾਲਕ ਦਾ ਨੂਰ ਨੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਦੀ ਇੱਕ ਭਾਵਨਾ ਕਿ ਲੋੜਵੰਦਾਂ ਦੀ ਲੋੜ ਉਹ ਬਚਪਨ ਤੋਂ ਹੀ ਪੂਰੀ ਕਰਦੇ ਸਨ। ਕਿਸੇ ਨੂੰ ਮੰਗਤਾ ਵੇਖ ਲੈਣਾ, ਕੋ ਬਾਹਰ ਮੰਗਣ ਵਾਲਾ ਆ ਗਿਆ ਹੈ ਤੇ ਉਹਨਾਂ ਨੇ ਕੁਝ ਨਾ ਕੁਝ ਘਰ ਦੀ ਚੀਜ਼ ਜਿਹੜੀ ਹੈ ਉਹ ਚੁੱਕ ਕੇ ਤੇ ਉਹਨੂੰ ਦੇ ਦੇਣੀ। ਉਹਨਾਂ ਦਾ ਸੁਭਾਅ ਕੁਦਰਤੀ ਸੀ। ਜਿਵੇਂ ਅਕਾਲ ਪੁਰਖ ਦਾ ਸੁਭਾਅ ਵੰਡਣਾ ਹੈ ਨਾ, ਉਹ ਵੰਡਦਾ ਹੈ ਪਰ ਮੰਗ ਕੁਛ ਨਹੀਂ ਹੁੰਦੀ। ਗੁਰੂ ਵੀ ਅਸਲ ਦੇ ਵਿੱਚ ਵੰਡਦਾ ਹੈ, ਗੁਰੂ ਦੀ ਕੋਈ ਮੰਗ ਨਹੀਂ ਹੈ। ਗੁਰੂ ਸਾਡੇ ਕੋਲੋਂ ਕੁਛ ਮੰਗਦਾ ਨਹੀਂ ਵੀ ਮੈਨੂੰ ਆਹ ਚੀਜ਼ ਦਿਓ, ਤੇ ਨਾ ਹੀ ਗੁਰੂ ਨੂੰ ਸੰਸਾਰ ਦੇ ਪਦਾਰਥਾਂ ਦੀ ਲੋੜ ਹੈ। ਉਹ ਤਾਂ ਵੈਸੇ ਵੀ ਸੰਸਾਰ ਨੂੰ, ਇਸ ਜਗਤ ਨੂੰ ਸਵਾਰਨ ਵਾਸਤੇ ਤੇ ਇਸ ਜਗਤ ਦਾ ਭਲਾ ਕਰਨ ਵਾਸਤੇ ਹੁੰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਸਨੇਹ ਉਹ ਭੈਣ ਨਾਲ, ਬੇਬੇ ਨਾਨਕੀ ਨਾਲ ਹੈ। ਭੈਣ ਬੇਬੇ ਨਾਨਕੀ ਨੇ ਬੜੇ ਲਾਡਾਂ ਦੇ ਨਾਲ ਆਪਣੇ ਵੀਰ ਨੂੰ ਪਾਲਿਆ ਹੈ, ਬੜੇ ਚਾਵਾਂ ਦੇ ਨਾਲ ਖਿਡਾਉਂਦੇ ਨੇ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਹਿਜੇ ਸਹਿਜੇ ਜਦੋਂ ਜ਼ਿੰਦਗੀ ਦੇ ਪੜਾਵ ਨੂੰ ਅਗਾਂਹ ਪੂਰੀਆਂ ਕਰਨ ਲੱਗੇ ਤੇ ਜਦੋਂ ਅਕਸਰ ਸਾਡੇ ਬੱਚੇ ਵੱਡੇ ਹੁੰਦੇ ਨੇ ਤੇ ਆਪਾਂ ਉਹਨਾਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦਿੰਦੇ ਆ ਵੀ ਬੱਚੇ ਦੀ ਉਮਰ ਹੁਣ ਪੜ੍ਹਾਈ ਲਿਖਾਈ ਦੀ ਹੋ ਗਈ, ਹੁਣ ਇਹਨੂੰ ਸਕੂਲ ਦੇ ਵਿੱਚ ਆਪਾਂ ਘੱਲਣਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦੀ ਉਮਰ ਹੋਈ ਪੜ੍ਹਾਈ ਲਿਖਾਈ ਦੀ ਤਾਂ ਉਹਨਾਂ ਨੂੰ ਉਸ ਸਮੇਂ ਜਿਹੜੇ ਪ੍ਰਸਿੱਧ ਪੰਡਤ ਬ੍ਰਿਜ ਲਾਲ ਅਤੇ ਹੋਰ ਉਰਦੂ ਤੇ ਫਾਰਸੀ ਦੇ ਜਿਹੜੇ ਮਾਹਰ ਟੀਚਰ, ਮਾਹਰ ਅਧਿਆਪਕ ਨੇ ਪੜ੍ਹਾਉਣ ਵਾਲੇ ਕੁਤਬੁਦੀਨ, ਉਹਨਾਂ ਕੋਲ ਭੇਜਿਆ ਗਿਆ। ਤਕਰੀਬਨ ਉਹਨਾਂ ਗੁਰੂ ਸਾਹਿਬ ਦੀ ਪੜ੍ਹਾਈ ਜਿਹੜੀ ਹੈ ਉਹ 6 ਤੋਂ 7 ਸਾਲ ਤੱਕ ਤਕਰੀਬਨ ਚੱਲਦੀ ਰਹੀ। ਸਾਡੇ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਗੁਰੂ ਨੂੰ ਪੜ੍ਹਾਈ ਦੀ ਕੀ ਲੋੜ ਹੈ? ਉਹ ਤੇ ਸੰਸਾਰ ਨੂੰ ਗਿਆਨ ਦੇਣ ਵਾਸਤੇ ਆਇਆ ਹੈ ਤੇ ਗੁਰੂ ਨੂੰ ਕੀ ਲੋੜ ਹੈ ਪੜ੍ਹਾਈ ਦੀ? ਸੱਚ ਜਾਣਿਓ, ਜਦੋਂ ਕੋਈ ਟੀਚਰ ਬਲੈਕ ਬੋਰਡ ਦੇ ਉੱਤੇ ਆਪਣੇ ਹੱਥਾਂ ਦੇ ਨਾਲ ਚੌਂਕ ਲੈ ਕੇ ਤੇ ਕੁਝ ਲਿਖਣ ਦਾ ਯਤਨ ਕਰਦਾ ਹੈ ਜਾਂ ਕੋਈ ਸਵਾਲ ਲਿਖਦਾ ਹੈ, ਫਿਰ ਅੱਗੇ ਥੱਲੇ ਉੱਤਰ ਵੀ ਲਿਖਦਾ ਹੈ ਤੇ ਉਹ ਬੱਚਿਆਂ ਨੂੰ ਸਮਝਾਉਂਦਾ ਹੈ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਅਧਿਆਪਕ ਅਨਪੜ੍ਹ ਹੈ ਜਾਂ ਉਹਨੂੰ ਪੜ੍ਹਾਈ ਆਉਂਦੀ ਨਹੀਂ। ਅਸਲ ਦੇ ਵਿੱਚ ਉਹ ਪੜ੍ਹਿਆ ਤੇ ਹੋਇਆ, ਪਰ ਉਹ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹਨੂੰ ਇਹ ਸਾਰੇ ਦਾ ਸਾਰਾ ਕਾਰਜ ਜਿਹੜਾ ਕਰਨਾ ਪੈਂਦਾ ਹੈ। ਗੁਰੂ ਨੂੰ ਪੜ੍ਹਾਈ ਦੀ ਕੋਈ ਲੋੜ ਨਹੀਂ, ਪਰ ਗੁਰੂ ਨੇ ਇਸ ਸੰਸਾਰ ਨੂੰ ਸਹੀ ਮਾਰਗ ਤੇ ਪਾਉਣ ਵਾਸਤੇ ਬਿਲਕੁਲ ਹੂਬਹੂ ਉਹ ਕਾਰਜ ਕੀਤੇ ਨੇ ਜਿਹੜੇ ਆਪਾਂ ਸੰਸਾਰ ਦੇ ਵਿੱਚ ਜਿਵੇਂ ਕਰਦੇ ਹਾਂ। ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਪਾਂਤੇ ਕੋਲ ਪੜ੍ਹਨ ਵਾਸਤੇ ਟੀਚਰ ਕੋਲ ਘੱਲਿਆ ਗਿਆ ਤੇ ਅੱਗੋਂ ਸਾਹਿਬ ਨੇ ਜਾ ਕੇ ਇਹ ਸਵਾਲ ਕਰ ਦਿੱਤਾ, ਨਿੱਕੀ ਜਿਹੀ ਉਮਰ ਹੈ, ਇੱਕ ਸਵਾਲ ਕੀਤਾ ਵੀ ਇਸ ਪੜ੍ਹਾਈ ਦੇ ਪੜ੍ਹਨ ਦੇ ਨਾਲ ਕੀ ਹੁੰਦਾ ਹੈ? ਹੁਣ ਅੱਗੋਂ ਜਿਹੜਾ ਟੀਚਰ ਹੈ ਉਹ ਆਖਦਾ ਵੀ ਇਹ ਪੜ੍ਹ ਕੇ ਬੰਦਾ ਸਿਆਣਾ ਹੁੰਦਾ ਹੈ। ਜਦੋਂ ਮਨੁੱਖ ਪੜ੍ਹਾਈ ਕਰਦਾ ਹੈ, ਪੜ੍ਹ ਲਿਖ ਕੇ ਬੰਦਾ ਸਿਆਣਾ ਹੁੰਦਾ ਹੈ। ਸਾਹਿਬ ਕਹਿਣ ਲੱਗੇ ਮੈਂ ਤੇ ਨਹੀਂ ਮੰਨਦਾ, ਮੇਰਾ ਮੰਨਣਾ ਤੇ ਵੀ ਇਹ ਪੜ੍ਹਾਈ ਕਰਕੇ ਬੰਦਾ ਸਿਆਣਾ ਨਹੀਂ ਬਲਕਿ ਹੋਰ ਵੀ ਸ਼ੈਤਾਨ ਬਣਦਾ ਹੈ।
हुण अगों हैरान हो गया टीचर भी, वो किवें? पर सच जाणिओ महाराज ने बाणी विच भी आखिया, पढ़िया मूर्ख आखिए लभ लोभ अहंकार। जिन्ना संसार दे अंदर पढ़िया लिखिया ने नुकसान किया ना, उन्ना अनपढ़ा ने नहीं किया। आ जिहड़े एटम बम बनाए ने, एक अनपढ़ा थोड़ा बनाए ने, इन्हें वड्डे वड्डे हथियार बना दिते भी एक ही सुटो तो देश का देश खत्म हो जाए। एक अनपढ़ा थोड़ा बनाए ने, पढ़िया लिखिया बनाए ना। साहब आखते जिन्ना पढ़ लिख के मनुख नूं दुनिया दे विच हंकार हो जाता ना, इन्ना अनपढ़ नूं हंकार नहीं होंदा। अनपढ़ ते बेचारा झुक जाता है, पढ़िया लिखिया नहीं झुकदा। कहता मेरे कोल भी कुछ है। गुरु साहब ने बड़ी कृपा की है, बख्शिश की है। उस समय पांदे नूं एक गल समझा दी भी ये जो विद्या है ना, जो तुसीं पढ़ा रहे हो, ये मनुख इंसान नहीं बल्कि शैतान बनता है। पर अगों पांदे ने आख्या फिर इंसान किवें बनता है? महाराज ने आख्या, कह लगे जिन्ना चिर अध्यात्मक ज्ञान ना होवे उन्ना चिर मनुख नूं ये दुनियावी ज्ञान भी जिहड़ा है कुराहे पा दिंदा है। उदों भी मनुख हंकार का विषय उहदे जीवन में चल पैंदा है। उदों हंकारी मेरे को इन्नियां डिग्रियां, मैं इन्ना पढ़िया लिखिया होया वां। साहब आखदे जिदन अध्यात्मक का ज्ञान होवेगा उदन इनूं समझ आवेगी। एक दो आपां उदाहरण समझ लैंदे आ भी जिवें कोई मनुख बहुत पढ़िया लिखिया आपां वेखदे ही आ भी अज ते वड्डे वड्डे स्कूलों विच कॉलेजां दे विच इन्नियां फीसां लईआं जांदियां। मान लो किसी गरीब परिवार का कोई बच्चा भावें कितना भी हुशियार होवे, जे उन्होंने तुसीं जाके आखो भी असीं फीस नहीं दे सकते, पर साडा बच्चा बहुत ही लायक है, पढ़ाई में चंगा है, तो तुसीं इहनूं दाखला दे दिओ, वो आखणगे नहीं पहलां इन्नी फीस जमा करो, असीं तां इहनूं पढ़न वास्ते पावांगे, एडमिशन देवांगे। इहदा मतलब उनका पढ़िया लिखिया भी जिहड़ा है व्यर्थ है, क्योंकि उन्होंने इस चीज़ का इल्म नहीं, इस चीज़ का ज्ञान नहीं भी विद्या जिहड़ी है वो असल दे विच किसी नूं सिखाउण वास्ते, किसी का जीवन बनाउण वास्ते हुंदी है, ना कि विद्या वेचण वास्ते हुंदी है। विद्या दे नाल मनुख पढ़ के तां परोपकार करना सी, विद्या विचारी तां परोपकारी, ज्ञान हासिल करके मनुख ने दुनिया का भला करना सी। इत्थे तां ज्ञान हासिल करके मनुख ज्ञान नूं वेचण लग पिया। एक चंगा डॉक्टर जिहड़ा बहुत सारिया डिग्रियां लैके बैठा हुए, पर एक मरीज आता है जिहदे कोल पैसे नहीं पर उनकी जान ते बनी है, उनका परिवार कहता भी इनू दाखिल कर लियो, अजे साडे कोल पैसे नहीं, असीं पैसे इकट्ठे करके लैके तुहानूं दे देवांगे। वो कहते नहीं पहला इन्ने हज़ार तुसीं जमा कराओ तां ही इनू असीं अंदर दाखिल करा। किवें आखोगे पढ़िया लिखिया बंदा? ये निशानियां होंदियां पढ़े लिखे, ये तो शैतान बंदियां दी निशानियां ने, इंसानां दियां नहीं। क्योंकि इंसान दूजे दे इंसान दे दुख नूं दर्द नूं समझ उदों सकदा है जदों उहदे कोल अध्यात्मक ज्ञान होवेगा। दुनियावी ज्ञान केवल तां केवल मनुख नूं स्वार्थी तां बना सकदा है। गुरु नानक साहब ने आख्या ये ज्ञान उन्ना चिर अधूरा है जिन्ना चिर अध्यात्मक ज्ञान नहीं हुंदा। उस दिन वो टीचर ने भी गुरु नानक साहब को नमस्कार की सी भी ये जिहड़ी पढ़ाई तुसीं मैनूं दसी है, ये पढ़ाई मैनूं भी अजे तक नहीं सी आउंदी। सतगुरु पातशाह जी जदों कोर वड्डे होए 9 साल दे, अजे उन्हां दी पढ़ाई चल रही है, पर जदों वो 9 साल दे होए ते धन गुरु नानक देव सच्चे पातशाह जी जदों कि मेहता कल्याण दास को सनातनी मत विच हिंदू मत विचों ते उस समय वो हिंदू मत के रीति रिवाज अनुसार सारे कार्य करते हैं। और ये धन गुरु नानक देव सच्चे पातशाह जी के पिता ने जदों अपने पुत्र को वेख्या भी 9 साल के हो गए ने, तो उदों 9 साल का जो बच्चा होता सी कि उस समय एक रिवाज जिहड़ा है वो रिवाज ये होंदा सी भी 9 साल के बच्चे को जनेऊ पहनाया जाता सी। गुरु नानक साहब सच्चे पातशाह जो 9 साल के होए तो उस समय जनेऊ की रस्म जी है वो निभाई जानी। और मेहता कल्याण दास जी जिहड़े ने वो इलाके दे विच काफ़ी रसूख रखते हैं, बड़ी उन्होंने सारे नाल बनती है, तो पटवारी ने तो काफ़ी उच्चा अहुदा है उन्होंने, एक चंगी नौकरी है उन्होंने कोल। ते गुरु नानक साहब सच्चे पातशाह जी दीयां जिहड़ियां विचारां उन्होंने बोलों तो लोग प्रभावित भी बड़े होंदे सन।
ਤਾਂ ਉਸ ਸਮੇਂ ਮਹਿਤਾ ਕਲਿਆਣ ਦਾਸ ਜੀ ਨੇ ਇੱਕ ਬਹੁਤ ਵੱਡਾ ਫੰਕਸ਼ਨ ਰੱਖਿਆ, ਇੱਕ ਬਹੁਤ ਵੱਡਾ ਪ੍ਰੋਗਰਾਮ ਰੱਖਿਆ, ਜਿੱਥੇ ਆਪਣੇ ਸਾਰੇ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ, ਜਾਣਕਾਰਾਂ ਨੂੰ ਉਹ ਤਲਵੰਡੀ ਦੇ ਵਿੱਚ ਇਨਵਾਈਟ ਕੀਤਾ, ਸੱਦਿਆ ਵੀ ਇਸ ਤਰੀਕ ਨੂੰ, ਇਸ ਦਿਨ ਨੂੰ ਮੈਂ ਆਪਣੇ ਪੁੱਤਰ ਨੂੰ ਜੰਜੂ ਦੀ ਜਿਹੜੀ ਰਸਮ ਨਿਭਾਈ ਜਾਣੀ ਹੈ ਤੇ ਤੁਸੀਂ ਸਾਰਿਆਂ ਨੇ ਆਉਣਾ ਹੈ। ਤੇ ਇੱਕ ਬਹੁਤ ਵੱਡਾ ਪ੍ਰਬੰਧ ਵੀ ਭੋਜਨ ਦਾ ਕੀਤਾ ਗਿਆ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਨਹੀਂ ਬੋਲੇ, ਪਰ ਜਦੋਂ ਸਾਰੇ ਜਿੰਨੇ ਵੀ ਸਗੇ ਸੰਬੰਧੀ ਮਿੱਤਰ ਸੱਜਣ ਸਾਰੇ ਇਕੱਠੇ ਹੋ ਗਏ ਨੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਸ ਸਮੇਂ ਦਾ ਪੰਡਤ ਜਿਹੜਾ ਹਰਦਿਆਲ, ਪੰਡਤ ਹਰਦਿਆਲ ਬੈਠਾ ਹੈ ਤੇ ਉਹ ਸਾਹਮਣੇ ਬੈਠ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਹਿਨਾਉਣ ਲੱਗਾ। ਬਸ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਨੇਊ ਪਹਿਨਾਉਣ ਲੱਗਿਆ, ਉਸ ਸਮੇਂ ਪੰਡਤ ਹਰਦਿਆਲ ਦਾ ਹੱਥ ਫੜਿਆ ਤੇ ਕਹਿਣ ਲੱਗੇ ਵੀ ਪੰਡਤ ਜੀ, ਮੈਂ ਦੁਨੀਆ ਦੇ ਅੰਦਰ ਜਦੋਂ ਦਾ ਆਇਆ ਜਿਹੜਾ ਵੀ ਕਾਰਜ ਕਰਦਾ ਮੈਂ ਪਹਿਲਾਂ ਉਹਨੂੰ ਵਿਚਾਰਦਾ ਆ, ਸਮਝਦਾ ਆ, ਉਸ ਤੋਂ ਬਾਅਦ ਕਰਦਾ। ਮੈਂ ਕੋਈ ਵੀ ਕਾਰਜ ਐਸਾ ਨਹੀਂ ਵੀ ਜਿਹੜਾ ਵੀ ਅਣਜਾਣ ਕੁੜੇ ਵਿੱਚ ਅੱਖਾਂ ਤੇ ਪੱਟੀ ਬੰਨ ਕੇ ਕਰ ਲਵਾਂ। ਮੈਂ ਹਰ ਇੱਕ ਕਾਰਜ ਨੂੰ ਸਮਝ ਕੇ, ਵਿਚਾਰ ਕੇ ਤੇ ਉਹਦਾ ਕੀ ਨਤੀਜਾ ਹੁੰਦਾ ਹੈ, ਮੈਂ ਹਰ ਪੱਖ ਤੋਂ ਵਿਚਾਰ ਕੇ ਤੇ ਫਿਰ ਉਹ ਕਾਰਜ ਕਰਦਾ ਆ। ਇਹ ਤੁਸੀਂ ਜੰਜੂ ਮੈਨੂੰ ਜਨੇਊ ਲੱਗੇ ਹੋ ਪਹਿਨਾਉਣ, ਪਰ ਇਹ ਦੱਸੋ ਵੀ ਇਹਦਾ ਪਹਿਨਾਉਣ ਦਾ ਮਕਸਦ ਕੀ ਹੈ, ਕਿਉਂ ਪਹਿਨਾਇਆ ਜਾਂਦਾ ਹੈ। ਹੁਣ ਪੰਡਤ ਹਰਦਿਆਲ ਯਾਦ ਰੱਖਿਓ ਉਹ ਬ੍ਰਾਹਮਣ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਖੱਤਰੀ ਸਨ। ਹੁਣ ਜਦੋਂ ਪਹਿਨਾਉਣ ਲੱਗਾ ਤੇ ਮਹਾਰਾਜ ਨੇ ਸਵਾਲ ਕੀਤਾ ਤੇ ਉਹ ਅੱਗੋਂ ਆਖਦਾ ਵੀ ਇਹਦੇ ਨਾਲ ਬੰਦਾ ਧਰਮੀ ਬਣਦਾ ਹੈ। ਜਿਵੇਂ ਉਹ ਪਾਉਂਦੇ ਟੀਚਰ ਨੇ ਆਖਣਾ ਬੰਦਾ ਇਨਸਾਨ ਬਣਦਾ ਹੈ, ਇਸ ਤਰ੍ਹਾਂ ਹੁਣ ਪੰਡਤ ਜੀ ਨੇ ਆਖਿਆ ਵੀ ਇਹਦੇ ਨਾਲ ਮਨੁੱਖ ਧਰਮੀ ਬਣਦਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਵੀ ਪੰਡਤ ਜੀ ਕੀ ਵਾਕਈ ਹੀ ਇਹਦੇ ਨਾਲ ਬੰਦਾ ਧਰਮੀ ਬਣਦਾ ਹੈ? ਕਹਿਣ ਲੱਗੇ ਹਾਂ। ਕਹਿਣ ਲੱਗੇ ਧਰਮ ਦਾ ਮਤਲਬ ਕੀ ਹੁੰਦਾ ਹੈ? ਧਰਮ ਦਾ ਅਰਥ ਤਾਂ ਇਹ ਹੁੰਦਾ ਹੈ ਨਾ ਵੀ ਸਾਰੀ ਮਨੁੱਖਤਾ ਜਿਹੜੀ ਹੈ, ਹੁਣ ਧਰਮ ਕੀ ਹੈ? ਪਰਮਾਤਮਾ ਪ੍ਰਭੂ ਦਾ ਧਰਮ ਜਿਹੜਾ ਹੈ ਉਹ ਤੇ ਇਹ ਵੀ ਸਾਰੀ ਕਾਇਨਾਤ ਨਾਲ ਪ੍ਰੇਮ ਕਰਨਾ, ਕਿਸੇ ਨਾਲ ਵਿਤਕਰਾ ਨਹੀਂ ਰੱਖਣਾ। ਇੱਥੇ ਕੋਈ ਊਚ ਨਹੀਂ, ਕੋਈ ਨੀਚ ਨਹੀਂ, ਕੋਈ ਵੈਰ ਨਹੀਂ ਭਾਵਨਾ, ਕੋਈ ਵੈਰ ਭਾਵਨਾ, ਵੈਰ ਵਿਰੋਧ ਨਹੀਂ। ਇੱਥੇ ਤਾਂ ਸਾਰੀ ਖਲਕਤ ਮਾਲਕ ਦੀ ਕੁਦਰਤ ਹੈ ਤੇ ਕੁਦਰਤ ਨਾਲ ਪਿਆਰ ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ। ਪਰ ਮੈਨੂੰ ਇੱਕ ਗੱਲ ਸਮਝਾਓ ਵੀ ਜਿਹੜਾ ਜਨੇਊ ਮੈਨੂੰ ਪਾ ਰਹੇ ਹੋ ਤੇ ਜਿਹੜਾ ਤੁਸੀਂ ਪਾਇਆ ਇਹਦੇ ਵਿੱਚ ਫਰਕ ਕਿਉਂ ਹੈ? ਕਿਉਂਕਿ ਹੁਣ ਬ੍ਰਾਹਮਣ ਸਨ, ਉਹ ਅਸਲ ਦੇ ਵਿੱਚ ਪਾਉਂਦੇ ਨੇ ਕਪਾਹ ਦਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਪਹਿਨਾਇਆ ਜਾ ਰਿਹਾ ਉਹ ਦੂਸਰਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਜਨੇਊ ਪਹਿਨਾਇਆ ਜਾ ਰਿਹਾ ਸੀ ਉਹ ਦੂਜਾ ਸੀ, ਉਹਨੇ ਆਪ ਦੂਜਾ ਪਾਇਆ ਹੋਇਆ। ਮੇਰੇ ਪਾਤਸ਼ਾਹ ਆਖਦੇ ਨੇ ਵੀ ਤੁਸੀਂ ਇਹ ਦੂਜਾ ਕਿਉਂ ਪਾਇਆ ਤੇ ਮੈਨੂੰ ਕਿਉਂ ਦੂਜਾ ਪਾ ਰਹੇ? ਉਹ ਕਹਿਣ ਲੱਗੇ ਮੈਂ ਬ੍ਰਾਹਮਣ ਆ, ਤੂੰ ਖੱਤਰੀ ਹੈ। ਖੱਤਰੀ ਵਾਸਤੇ ਜਨੇਊ ਹੋਰ ਹੁੰਦਾ ਹੈ, ਬ੍ਰਾਹਮਣ ਵਾਸਤੇ ਹੋਰ ਹੁੰਦਾ ਹੈ। ਬ੍ਰਾਹਮਣ ਦੇ ਜਿਹੜਾ ਜਨੇਊ ਆ ਉਹਨੂੰ ਗੰਢਾਂ ਜਿਹੜੀਆਂ ਨੇ ਇਸ ਤਰੀਕੇ ਨਾਲ ਜ਼ਿਆਦਾ ਮਾਰੀ ਜਾਂਦੀਆਂ, ਫਿਰ ਜਿਹੜਾ ਖੱਤਰੀ ਘੱਟ, ਵੈਸ਼ ਨੂੰ ਘੱਟ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਵੀ ਹੋਰ ਵੀ ਮੈਂ ਕਈ ਆਪਣੇ ਇਸ ਨਗਰ ਦੇ ਵਿੱਚ ਲੋਕ ਵੇਖੇ ਨੇ ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਇਹ ਆਖਦੇ ਹੋ ਵੀ ਇਹ ਸ਼ੂਦਰ ਨੇ, ਉਹਨਾਂ ਨੇ ਤਾਂ ਜੰਜੂ ਨਹੀਂ ਪਾਇਆ। ਕਹਿਣ ਲੱਗੇ ਵੀ ਜਨੇਊ ਸ਼ੂਦਰਾਂ ਵਾਸਤੇ ਨਹੀਂ ਹੁੰਦਾ। ਫਿਰ ਕਹਿਣ ਲੱਗੇ ਵੀ ਆ ਮੇਰੀ ਭੈਣ ਤੇ ਮੇਰੀ ਮਾਂ ਇਹ ਤਾਂ ਖੱਤਰੀ ਨੇ ਨਾ, ਇਹਨਾਂ ਨੇ ਕਿਉਂ ਨਹੀਂ ਪਾਇਆ ਹੋਇਆ? ਕਹਿਣ ਲੱਗੇ ਇਹ ਔਰਤ ਵਾਸਤੇ ਵੀ ਜਨੇਊ ਨਹੀਂ ਹੁੰਦਾ। ਪਾਤਸ਼ਾਹ ਕਹਿਣ ਲੱਗੇ ਫਿਰ ਇਹੋ ਜਿਹਾ ਜਨੇਊ ਮੈਂ ਨਹੀਂ ਪਾਉਣਾ ਜਿਹੜਾ ਮੇਰੀ ਭੈਣ ਇਹਨਾਂ ਮੈਨੂੰ ਪਿਆਰ ਕਰਦੀ, ਇੰਨੀ ਮੇਰੀ ਸਾਂਝ, ਮੇਰੀ ਮਾਂ ਇੰਨਾ ਪਿਆਰ ਕਰਦੀ, ਜਿਹੜੀ ਮੇਰੀ ਮਾਂ ਤੋਂ ਮੇਰੇ ਭੈਣ ਤੋਂ ਮੈਨੂੰ ਵੱਖ ਕਰ ਦੇਵੇ, ਐਸਾ ਜਨੇਊ ਮੈਂ ਨਹੀਂ ਪਾਉਣਾ। ਫਿਰ ਜਿਹੜਾ ਇੰਨੀ ਨੇੜਤਾ ਵਾਲਾ ਰਿਸ਼ਤਾ ਹੋਵੇ ਤੇ ਜਨੇਊ ਪੈਣ ਦੇ ਨਾਲ ਇੱਕ ਫਰਕ ਪੈਦਾ ਹੋ ਜਾਵੇ, ਇਹ ਜਨੇਊ ਮੈਂ ਨਹੀਂ ਪਾਉਣਾ। ਸਤਿਗੁਰ ਪਾਤਸ਼ਾਹ ਆਖਣਗੇ ਜਿਹੜਾ ਜਨੇਊ ਲੋਕਾਂ ਦੇ ਵਿੱਚ ਇਨਸਾਨੀਅਤ ਨੂੰ ਖਤਮ ਕਰਕੇ ਊਚ ਨੀਚ ਵਾਲੀ ਜਿਹੜੀ ਹੈ ਵਿਚਾਰ ਪੈਦਾ ਕਰ ਦੇਵੇ, ਉਹ ਜਨੇਊ ਮੈਂ ਨਹੀਂ ਪਾਉਣਾ। ਹਾਂ ਮੈਂ ਜਨੇਊ ਪਾਉਣ ਲਈ ਤਿਆਰ ਹਾਂ, ਪਰ ਜੇ ਤੁਹਾਡੇ ਕੋਲ ਉਹ ਜਨੇਊ ਹੈ ਤਾਂ ਮੈਨੂੰ ਪਾ ਦਿਓ, ਮੈਨੂੰ ਪ੍ਰਵਾਨ ਹੈ। ਹੁਣ ਪੰਡਤ ਹਰਦਿਆਲ ਜੀ ਆਖਣ ਲੱਗੇ ਵੀ ਉਹ ਕਿਹੜਾ ਜਨੇਊ? ਸਤਿਗੁਰ ਪਾਤਸ਼ਾਹ ਜੀ ਆਖਦੇ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ।
कि तेरे कोल दया, तेरे कोल संतोख, तेरे कोल सत, तेरे कोल जत, कह लगे तेरे कोल सच का उच्चे आचरण का जनेऊ है, संतोख का जनेऊ है, तेरे कोल दया का जनेऊ है, जे है तो मैनू पा दे। क्यों? क्योंकि ये जिहड़ा जनेऊ है ये ना तो टुटना है ना मैला है, ना ये टुटे ना मन लगे, ना जले ना जाए, ना ये सड़ेगा, ना ही ये कहणगे मैला होएगा, ना टुटेगा। ये तो बंदे दे मरण तो बाद भी जनेऊ नाल जाएगा, पर जिहड़े जनेऊ तुसीं पा रहे हो ये तो कुछ समय बाद मैला भी हो जाना, सड़ेगा भी ते टुट भी जाएगा। हुण पंडित हरदयाल जी अज पहली बार चुप ने ते शांत ने, उन्हां कोल अगे कोई भी जवाब नहीं गुरु नानक साहब की गल का, चुप हो गए। धन गुरु नानक देव सच्चे पातशाह जी ने, याद रखो केवल महज 9 साल की उम्र दे विच एडी वड्डी गल कहनी कि एक समाज दे विच रीत चली। साडे बच्चे जदों 9-10 साल की गल छड्डो, जे 20 सालों का भी साडा बच्चा कोई जी गल कर दे, असीं आखदे तू ज़्यादा सियाणा, तैनूं पता है इन्ने सालों तो साडी रीत चली आ रही है ते असीं करदे आ रहे हैं ते तैनूं ज़्यादा पता है, असीं ये गल कही। पर गुरु नानक देव महाराज कितनी दृढ़ता सी, उन्होंने आख्या नहीं, जिहड़ी समाज दे विच वंडियां पाउंदी होवे, जिहड़ी समाज दे कुरीतियां पैदा कीतियां गईयां ने, उन्हां कुरीतियां दा विरोध करना ही असल दे विच एक सच्चे इंसान दा फर्ज बनता है। धन गुरु नानक साहब सच्चे पातशाह जी ने समा आया, घर के काम काज भी संभाले ते बड़ी तनदेही नाल उन्होंने काम कार भी कीते। याद रखियो बहुत सारा इतिहास आपां गुरु नानक साहब जी नूं ऐ भी बस विखा छड्डदे हां, नहीं, गुरु नानक साहब एक जिम्मेवार और बड़े ही विद्वता वाले और गुणी, और उन्हां अंदर परमेश्वर वाले को हर एक गुण और सिक्ख्या परिपूर्ण सी, उन्हां विच कोई भी फर्क नहीं सी, कोई अंतर नहीं सी। गुरु नानक साहब सच्चे पातशाह जी नूं भावें उन्हां लोकां ने निंदिया होवे या उन्हां लोकां ने माड़ा आख्या होवे, जिहड़े लोग गुरु नानक साहब सच्चे पातशाह जी तो ईर्खा रखते हैं, या गुरु नानक साहब जी ने जिन्हां दे उत्ते चोट की है, जिहड़े लोग कर्म कांड करते सन, वहमां भरमां ते पखंडां दा प्रचार करते सन, गुरु नानक साहब ने जब चोट की होगी, आख्या होगा भी ये गलत है, तो फिर उन्हें आखी होगा ना भी गुरु नानक साहब पातशाह जी भूतना भी ने, बताला भी ने, इस तरह भी शब्द वरते। महाराज ने बाणी में आख्या कि लोगों ने मेरे वास्ते शब्द भी वरते, कोई आखता सी भी ऐ नानक तू भूतना है, कोई आखता सी बताला है, कोई ये आखता सी ऐ नानक ते ऐ बेचारा आम जिहा आदमी है, कोई कहता सी मैनूं की पता है। पर गुरु नानक साहब सच्चे पातशाह जी ने हर एक कार्य नूं कीता बड़ी सूझता नाल, बड़ी समझदारी दे नाल, इस करके ही इलाके दे विच बहुत सियाणे दाने पुरख गुरु नानक साहब जी दे नाल आके चर्चा करते होंदे सन। गुरु नानक साहब अक्सर उन्हां विद्वान लोकां विच चंगे दाने पुरखां विच बैठ के हमेशा चर्चा करया करते सन रोज, ते दूर दूर तक गुरु नानक साहब सच्चे पातशाह चर्चा भी होने लगी। एक घटना जिहड़ी कि सुल्तानपुर तक गुरु नानक साहब महाराज पातशाह जी की जिहड़ी चर्चा होने लगी, जदों पिता ने 20 रुपये दिते, बहलोल लोधी का राज है, तो उस समय में सिक्के चलते सन, रुपये नहीं सन चलते, सिक्के चलते सन। तो बहलोल लोधी के जिहड़े सिक्के ने, उन्हां सिक्कियां की कीमत बड़ी होंदी सी, बहुत कीमत होंदी सी उन्हां दी। आप जी नूं ज्ञात होवे अज तो कुछ साल पहला, जे 50-60 साल 100 साल पहला वेखो तो आपां कुछ कु आनियां विच किन्ना सारा राशन ले लैंदे सन। पुराने बजुर्ग जानते ने भी कुछ पैसिਆਂ ਵਿੱਚ ਸਾਡੇ ਦਾਦੇ ਪੜਦਾਦੇ ਜਾਣਦੇ ਆ ਵੀ ਕੁਝ ਕੁ ਆਨਿਆਂ ਦੇ ਵਿੱਚ ਕਿੰਨਾ ਸਾਰਾ ਰਾਸ਼ਨ ਆ ਜਾਂਦਾ ਸੀ, ਤੇ ਕਈਆਂ ਦੇ ਤੇ ਵਿਆਹ ਵੀ ਭੁਗਤ ਜਾਂਦੇ ਸਨ ਕੁਝ ਕੁ ਪੈਸਿਆਂ ਦੇ ਨਾਲ। ਅੱਜ ਅਸੀਂ ਹਜ਼ਾਰਾਂ ਤੇ ਲੱਖਾਂ ਕਰੋੜਾਂ ਦੀ ਗੱਲ ਕਰਦੇ ਹਾਂ, ਉਦੋਂ ਕੁਝ ਕੁ ਪੈਸਿਆਂ ਦੇ ਵਿੱਚ, ਤੇ ਬਹੁਤਾ ਜ਼ਿਆਦਾ ਲੈਣ ਦੇਣ ਜਿਹੜਾ ਹੈ, ਵਪਾਰ ਜਿਹੜਾ ਹੈ, ਉਹ ਕੇਵਲ ਚੀਜ਼ਾਂ ਦੇ ਨਾਲ ਹੁੰਦਾ ਸੀ, ਪੈਸੇ ਦੇ ਨਾਲ ਬਹੁਤ ਘੱਟ ਹੁੰਦਾ ਸੀ। गुरु नानक साहब सच्चे पातशाह जी नूं अज की भाषा में कह लीए 20 रुपये दिते, तो वह बहुत छोटी रकम नहीं सी, एक बहुत वड्डा व्यापार करने वास्ते गुरु नानक देव पातशाह जी नूं माया दी गई सी।
एक बिजनेस शुरू, अज असीं कोई बिजनेस शुरू करना होवे तो कोई 10-20 हज़ार का हुंदा, कोई लखां की गल आउंदी है ना। असीं बिजनेस शुरू करना होवे तो असीं कहने भी कोई 50 लाख 60 लाख करोड़ रुपया होवे तां बिजनेस शुरू हुंदा है। तो कि गुरु नानक साहब सच्चे पातशाह जी जिहड़े बिजनेस एक कारोबार शुरू कर लगे ने तो कि वो आम थोड़े जे धन नाल शुरू कर लगे नहीं, तो फिर जिन्हां दे पिता पटवारी होण, जिन्हां कोल धन दौलत की कोई कमी नहीं, इलाके विच चंगे अमीरां दे विच गिने जाते ने, मेहता कल्याणदास, तो उस समय 20 रुपये ਜਿਹੜੇ ਦੀ बहुत वड्डी कीमत रखते सन। गुरु नानक देव सच्चे पातशाह जी ने वो 20 रुपयों का जो भी धन दौलत सतगुरु पातशाह जी ने अपने कोल एकत्र की, जो भी रखी है, उस दे नाल कुछ राशन कुछ रसद पदार्थ ले ਜਿਹੜੇ लोग अपने घरां नूं छड्ड के ते केवल तन दे उत्ते वस्त्र पा के ते लोकां दे घरां विच मंगदे फिरदे सन, साहब ने उन्हां नूं इकत्तर कीता, उन्हां नूं बुलाया। कुछ सियाणे पुरख भी सन, साहब ने बुलाया ते बुला के पहलां ते उन्हां दा भोजन दा प्रबंध कीता। याद रखियो रब्बी बाणी में एक बचन आता है, गुरुदेव आखदे ने जदों भी किसी नूं कोई गल दसनी होवे धर्म दी तां पहलां उहनूं भोजन छकाओ। भुखा बंदा जिहड़ा है ना उहदा ध्यान सदा ही प्रशादे वाल रहेगा। भुखा बंदा कभी भी धर्म की गल नहीं सुन सकता, पर जे तुसी प्रशादा छकाओ तो फिर उहदे नाल गलबात करो तो वह फिर गल नूं बड़े ध्यान नाल सुनेगा। जिहड़ा पहले बेचारा भुखा है वो उहदा ध्यान कित्थे लगना है। हुण ऐसी कृपा गुरु नानक देव सच्चे पातशाह जी ने पहला भोजन का प्रबंध किया उन्हां दे, फिर उन्होंने कोल बिठाया, फिर बिठा के उन्होंने धर्म की गल समझाई। आखिया भी भलिओ तुसी तां समझदार ते सियाणे पुरख हो, ते सियाणे पुरखां दा काम ये नहीं होंदा भी अपने घर बार नूं छड्ड के ते इस तरह कह लगे भटकना, बल्कि सियाणे ते समझदार लोकां दा काम हुंदा है लोकां नूं सही गाइड करना, लोकां नूं सही राह ते तोरना, सही मार्ग ते तोरना। गुरु नानक साहब पातशाह जी ने उन्हां नूं कुछ धन भी दिता होवेगा, फिर उन्होंने उन्होंने घरां नूं तोरिया होवेगा, उन्हां दीयां जिम्मेवारियां का एहसास कराया होवेगा। ते सच जानियो जदों वो घर परते होने, घर मुड़े होने, ते उस दिन धन गुरु नानक देव सच्चे पातशाह जी के गुण वो परिवार गाउंदे होणगे। जिस धी दा पिता वापस मुड़िया होवेगा, जिस भैन का भरा वापस आया होवेगा, जिस पत्नी का पति वापस आया होवेगा, जिस माँ बाप का पुत्र घर वापस आया होवेगा, और क्यों ना उन्होंने जस गाया होवेगा गुरु नानक साहब का, क्योंकि धन ने गुरु नानक साहब जिन्हों ने इहो जे भुले ते भटके लोगों को भी सही मार्ग ते पा दिता। ते याद रखियो वो लंगर अज तक चल रहा है दुनिया के अंदर, जिथे भी सिख वसदा है, याद रखियो वो इस लंगर नूं बड़े मान दे नाल वंडदा है, आप भी छकदा है, दूसरिਆਂ ਨੂੰ छकाउंदा है। ये गुरु नानक साहब की बख्शिश ते रहमत दा लाया हुआ लंगर है, जिहड़ा कदी भी मुकना नहीं, कदी भी खत्म नहीं होना, ये सदा ही रहिंदी दुनिया तक ही चलता रहना है। गुरुदेव कृपा करन, बख्शिश करन, रहमत करन, सानू सारिਆਂ ਨੂੰ ਇਹ सोच बख्शन कि असी गुरु नानक साहब पातशाह जी के पाए हुए पूर्णिया ते चल सके। विचार का तत्त भाव कि गुरु नानक साहब सच्चे पातशाह जी ने आख्या दुनियावी ज्ञान के नाल अध्यात्मक ज्ञान का होना बहुत जरूरी है। दूसरा पक्ष आप विचारे साहब आदि ने केवल निरे बाहरी पहरावे के नाल मनुख धर्मी नहीं हो सकता जिन्ना चिर मनुख रब्बी गुणा का अपने जीवन में वास नहीं करता। तीसरी गल गुरु नानक साहब ने आख्या भाई जे मालक ने त्रुट के तेनों दुनिया में दातां दित्तियां ने फिर स्वार्थ करके केवल अपना ढिड ना भरी, तू मनुखता का भला भी करी, वंड के छकी, तेरे घर विच कदी तोट नहीं आवेगी, बल्कि ये होर भी बरकतां पैणगियां ते रहमतां बख्शिशां मालक दियां तैनूं हासिल होणगियां। गुरुदेव कृपा करन, बख्शिश करन, असी गुरु साहब दियां इन्हां सिक्ख्यावां नूं जीवन में धारण करके ते अपना जीवन बतीत कर सकीए। आओ समा कीर्तन दा है, बड़े प्यार नाल आप जी ने कीर्तन श्रवण करना है। होइयां भुलां चुकां दी खिमा। वाहिगुरू जी का खालसा, वाहिगुरू जी की फतेह।